ਤਾਂ ਇੱਕ ਵਾਰੀ ਫਿਰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜੁਡੀਸ਼ੀਅਲ ਕੋਰਟ ਕੰਪਲੈਕਸ ਜਲੰਧਰ ਤੋਂ, ਜਿੱਥੇ ਪੇਸ਼ੀ ਹੋਈ ਹੈ। ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਭੁਪਿੰਦਰ ਸਿੰਘ ਹਨੀ ਨੂੰ। ਕੋਸ਼ਿਸ਼ ਕਰਾਂਗੇ ਅਪਡੇਟ ਲੈਣ ਦੀ। ਸੁਰਿੰਦਰ ਕੰਬੋਜ ਸਾਡੇ ਤੱਕ ਇਹ ਪੂਰੀ ਜਾਣਕਾਰੀ ਪਹੁੰਚਾ ਰਹੇ ਨੇ। ਥੋੜੀ ਦੇਰ ਪਹਿਲਾਂ ਪੇਸ਼ ਕੀਤਾ ਗਿਆ ਸੀ, ਕੁਝ ਮਿੰਟਾਂ ਦੇ ਵਿੱਚ ਹੀ ਇਹ ਪੇਸ਼ੀ ਜਿਹੜੀ ਹੈ ਬਸ ਹੋ ਰਹੀ ਹੈ। ਥੋੜੀ ਦੇਰ ਦੇ ਵਿੱਚ ਅਪਡੇਟ ਮਿਲੇਗੀ ਕਿ ਕੀ ਕੋਰਟ ਨੇ ਆਰਡਰ ਕੀਤੇ ਨੇ ਭੁਪਿੰਦਰ ਸਿੰਘ ਹਨੀ ਦੇ ਰਿਮਾਂਡ ਨੂੰ ਲੈ ਕੇ। ਕੀ ਪੁਲਿਸ ਰਿਮਾਂਡ ਮਿਲਿਆ ਜਾਂ ਜੁਡੀਸ਼ੀਅਲ ਰਿਮਾਂਡ ਦਿੱਤਾ ਗਿਆ? ਵਕੀਲਾਂ ਦੇ ਨਾਲ ਗੱਲ ਕਰਨ ਦੀ ਮੀਡੀਆ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਦੇਣਗੇ ਕਿ ਕੀ ਪੇਸ਼ੀ ਦੇ ਵਿੱਚ ਡਿਮਾਂਡ ਕੀਤੀ ਗਈ ਸੀ, ਖਾਸ ਕਰਕੇ ਜਦੋਂ ਕੋਈ ਏਜੰਸੀ ਕਿਸੇ ਮੁਲਜ਼ਮ ਨੂੰ ਪੇਸ਼ ਕਰਦੀ ਹੈ ਅਦਾਲਤ ਦੇ ਵਿੱਚ ਤਾਂ ਤਰਕ ਦਿੱਤੇ ਜਾਂਦੇ ਨੇ ਹੋਰ ਪੁੱਛਗਿੱਛ ਦੇ, ਔਰ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਂਦੀ ਹੈ। ਸੋ ਅੱਜ ਕੀ ਤਰਕ ਦਿੱਤੇ ਗਏ, ਕੀ ਰਿਮਾਂਡ ਦੀ ਜਿਹੜੀ ਮੰਗ ਕੀਤੀ ਗਈ ਸੀ, ਔਰ ਉਸ ਤੋਂ ਬਾਅਦ ਅਦਾਲਤ ਨੇ ਕੀ ਫੈਸਲਾ ਸੁਣਾਇਆ? ਸੁਰਿੰਦਰ ਕੰਬੋਜ ਸਾਡੇ ਸਹਿਯੋਗੀ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਪੂਰੀ ਅਪਡੇਟ ਦੇ ਲਈ ਲਾਈਵ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜਲੰਧਰ ਦੇ ਕੋਰਟ ਕੰਪਲੈਕਸ ਤੋਂ, ਜਿਹੜਾ ਜੁਡੀਸ਼ੀਅਲ ਕੋਰਟ ਕੰਪਲੈਕਸ ਹੈ। ਸੀਜੇਐਮ ਦੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਭੁਪਿੰਦਰ ਸਿੰਘ ਹਨੀ ਨੂੰ। ਸੋ ਸੁਰਿੰਦਰ ਕੰਬੋਜ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੁਰਿੰਦਰ, ਕੋਈ ਅਪਡੇਟ ਮਿਲ ਪਾਈ? ਕੀ ਤਰਕ ਦਿੱਤੇ ਗਏ ਅੰਦਰ, ਕੀ ਗੱਲਬਾਤ ਹੋਈ? ਕਿਉਂਕਿ ਬਹੁਤ ਥੋੜਾ ਸਮਾਂ ਲੱਗਿਆ ਹੈ, ਕੁਝ ਮਿੰਟਾਂ ਦੇ ਵਿੱਚ ਹੀ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜੀ ਕਾਰਵਾਈ ਹੈ ਇਹ ਖਤਮ ਹੁੰਦੀ ਜਾਪ ਰਹੀ ਹੈ। ਸੋ ਕੋਈ ਅਪਡੇਟ ਨਿਕਲ ਕੇ ਆਈ ਰਿਮਾਂਡ ਬਾਬਤ? ਬਿਲਕੁਲ ਵਿਜੇ, ਜਿੱਦਾਂ ਕਿ ਕੁਝ ਸਮਾਂ ਪਹਿਲਾਂ ਹੀ ਭੁਪਿੰਦਰ ਸਿੰਘ ਹਨੀ ਨੂੰ ਕੋਰਟ ਵਿੱਚ ਲਿਆਂਦਾ ਗਿਆ ਸੀਗਾ, ਔਰ ਈਡੀ ਵੱਲੋਂ ਕੀ ਤਰਕ ਦਿੱਤੇ ਗਏ ਆ ਇਹਦਾ ਬਾਰੇ ਹਜੇ ਕੋਈ ਪੂਰੀ ਪੁਸ਼ਟਾ ਜਾਣਕਾਰੀ ਨਹੀਂ ਹੈਗੀ। ਪਰ ਕੁਝ ਹੀ ਸਮੇਂ ਦੇ ਵਿੱਚ ਜਿਹੜੀ ਅਦਾਲਤ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ, ਔਰ ਕੁਝ ਸਮੇਂ ਵਿੱਚ ਹੀ ਉਹਨਾਂ ਦੀ ਸੁਣਵਾਈ ਜਿਹੜੀ ਕਰ ਦਿੱਤੀ ਗਈ ਹੈ। ਔਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਹੈਗਾ ਔਰ ਕਿੰਨਾ ਸਮਾਂ ਈਡੀ ਦੀ ਗ੍ਰਿਫਤ ਵਿੱਚ ਰਹਿਣਗੇ ਜਾਂ ਉਹਨਾਂ ਨੂੰ ਜੁਡੀਸ਼ੀਅਲ ਭੇਜਿਆ ਜਾਂਦਾ, ਇਹ ਜਿੱਦਾਂ ਹੀ ਅਧਿਕਾਰੀ ਬਾਹਰ ਆਉਂਦੇ ਆ। ਤਾਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ, ਪੇਸ਼ੀ ਹੋਈ ਹੈ ਕੋਰਟ ਦੇ ਵਿੱਚ, ਉਸ ਮੌਕੇ ਦੀਆਂ ਤਸਵੀਰਾਂ ਨੇ। ਕਿਸ ਤਰੀਕੇ ਦੀ ਭੀੜ, ਕਿਸ ਤਰੀਕੇ ਦੀ ਕਸ਼ਮਕਸ਼ ਨਜ਼ਰ ਆ ਰਹੀ ਹੈ ਭੁਪਿੰਦਰ ਹਨੀ ਨੂੰ ਕੋਰਟ ਦੇ ਅੰਦਰ ਲਿਜਾਣ ਦੇ ਲਈ। ਇਹ ਵੀ ਕਿਹਾ ਗਿਆ ਸੀ ਕਿ ਕੱਲ ਉਹਨਾਂ ਦੀ ਸਿਹਤ ਖਰਾਬ ਹੋ ਗਈ ਸੀ, ਉਦੋਂ ਹਸਪਤਾਲ ਲਿਜਾਇਆ ਗਿਆ ਸੀ ਮੈਡੀਕਲ ਦੇ ਲਈ, ਔਰ ਉਸ ਤੋਂ ਬਾਅਦ ਅੱਜ ਸਿੱਧਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਇਹ ਤਸਵੀਰਾਂ ਨੇ ਉਸ ਮੌਕੇ ਦੀਆਂ ਜਦੋਂ ਭੁਪਿੰਦਰ ਸਿੰਘ ਹਨੀ ਦੀ ਪੇਸ਼ੀ ਹੋਈ ਸੀ ਜਲੰਧਰ ਦੀ ਜੁਡੀਸ਼ੀਅਲ ਕੋਰਟ ਦੇ ਵਿੱਚ। ਸੋ ਥੋੜੀ ਦੇਰ ਦੇ ਵਿੱਚ ਇਹ ਅਪਡੇਟ ਮਿਲ ਜਾਏਗੀ। ਵਕੀਲ ਬਾਹਰ ਆ ਕੇ ਦੱਸਣਗੇ ਕਿ ਕੀ ਤਰਕ ਰਹੇ, ਕੀ ਗਰਾਊਂਡਸ ਰਹੇ, ਕਿਉਂਕਿ ਆਮ ਤੌਰ ਤੇ ਜਦੋਂ ਕਿਸੇ ਵੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਪਹਿਲਾਂ ਪੁਲਿਸ ਰਿਮਾਂਡ ਮੰਗਿਆ ਜਾਂਦਾ ਹੈ ਉਸਦਾ। ਸੋ ਇਹ ਅਦਾਲਤ ਤੇ ਨਿਰਭਰ ਕਰਦਾ ਹੈ ਕਿ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਜਾਂਦਾ ਹੈ, 1 ਦਿਨ ਦਾ ਜਾਂ 2 ਦਿਨ ਦਾ ਜਾਂ ਉਸ ਤੋਂ ਜ਼ਿਆਦਾ ਵੀ ਕਈ ਵਾਰ ਰਿਮਾਂਡ ਮੰਗੇ ਜਾਂਦੇ ਨੇ। ਪਰ ਅਦਾਲਤ ਤੇ ਵਿੱਚ ਜਦੋਂ ਤਰਕ ਵਿਤਰਕ ਹੁੰਦੇ ਨੇ ਤਾਂ ਫਿਰ ਜਿਹੜਾ ਬਚਾਅ ਪੱਖ ਹੁੰਦਾ ਉਸਦੇ ਵਕੀਲਾਂ ਵੱਲੋਂ ਵੀ ਆਪਣੀਆਂ ਦਲੀਲਾਂ ਦਿੱਤੀਆਂ ਜਾਂਦੀਆਂ, ਔਰ ਉਸ ਤੋਂ ਬਾਅਦ ਕੋਰਟ ਰਿਮਾਂਡ ਦਾ ਫੈਸਲਾ ਲੈਂਦੀ ਹੈ। ਬਹੁਤ ਵਾਰ ਐਸਾ ਹੁੰਦਾ ਕਿ ਸਿੱਧਾ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਹੀ ਨਿਆਇਕ ਹਿਰਾਸਤ ਦੇ ਵਿੱਚ ਵੀ ਭੇਜ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਰੈਗੂਲਰ ਬੇਲ ਦੇ ਲਈ ਜਿਸ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਉਹ ਅਪਲਾਈ ਕਰ ਸਕਦਾ ਹੈ। ਇਹ ਇੱਕ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ, ਇੱਕ ਪ੍ਰੋਸੈਸ ਹੁੰਦਾ ਹੈ। ਜਦੋਂ ਕੋਈ ਗ੍ਰਿਫਤਾਰੀ ਹੁੰਦੀ ਹੈ ਉਸਦੇ ਸੰਬੰਧਤ ਇਹ ਪੂਰੀ ਪ੍ਰਕਿਰਿਆ ਜਿਹੜੀ ਹੈ ਆਮ ਤੌਰ ਤੇ ਚੱਲਦੀ ਹੈ। ਸੋ ਅੱਜ ਹੁਣ ਕੀ ਅਪਡੇਟ ਨਿਕਲ ਕੇ ਆ ਰਹੀ ਹੈ, ਥੋੜੀ ਦੇਰ 'ਚ ਪਤਾ ਚੱਲੇਗਾ ਕਿ ਪੇਸ਼ੀ ਤੋਂ ਬਾਅਦ ਕੀ ਅੰਦਰ ਤਰਕ ਹੋਏ। ਵਕੀਲ ਬਾਹਰ ਆ ਕੇ ਦੱਸਣਗੇ ਅਦਾਲਤ ਨੇ ਕੀ ਫੈਸਲਾ ਸੁਣਾਇਆ ਹੈ। ਕੁਝ ਹੀ ਮਿੰਟਾਂ ਦੇ ਵਿੱਚ ਜਿਹੜੀ ਸਾਰੀ ਕਾਰਵਾਈ ਹੈ ਇਹ ਮੁਕੰਮਲ ਕਰ ਲਈ ਗਈ ਹੈ। ਹੁਣ ਤੋਂ ਕਰੀਬ 10-15 ਮਿੰਟ ਪਹਿਲਾਂ ਇਹ ਪੇਸ਼ੀ ਹੋਈ ਸੀ। 10-15 ਮਿੰਟ ਪਹਿਲਾਂ ਭੁਪਿੰਦਰ ਸਿੰਘ ਹਨੀ ਨੂੰ ਕੋਰਟ ਕੰਪਲੈਕਸ ਦੇ ਵਿੱਚ ਲਿਆਂਦਾ ਗਿਆ ਸੀ, ਔਰ ਉਸ ਤੋਂ ਬਾਅਦ 10-15 ਮਿੰਟ ਦੇ ਵਿੱਚ ਹੀ ਇਸ ਸਾਰੀ ਕਾਰਵਾਈ ਨੂੰ ਨਿਬੇੜ ਦਿੱਤਾ ਗਿਆ। ਹਾਲਾਂਕਿ ਅੰਦਰੋਂ ਜਾਣਕਾਰੀ ਨਿਕਲ ਕੇ ਬਾਹਰ ਨਹੀਂ ਆਈ ਕਿ ਅਦਾਲਤ ਨੇ ਕੀ ਆਦੇਸ਼ ਦਿੱਤੇ ਨੇ, ਕੀ ਫੈਸਲਾ ਸੁਣਾਇਆ ਹੈ। ਸੋ ਕਿਉਂਕਿ ਉਹ ਫੈਸਲਾ ਵੀ ਇੱਕ ਲਾਈਨ ਦਾ ਹੀ ਹੁੰਦਾ ਹੈ। ਜਿਸ ਤਰੀਕੇ ਨਾਲ ਗਰਾਊਂਡਸ ਜਿਹੜੇ ਨੇ ਅੰਦਰ ਬਣਦੇ ਨੇ ਬਹਿਸ ਦੇ ਦੌਰਾਨ ਜਾਂ ਪੇਸ਼ੀ ਦੇ ਦੌਰਾਨ, ਜਿਹੜੇ ਦੋਨਾਂ ਤਰ੍ਹਾਂ ਦੇ ਵਕੀਲ ਮੌਜੂਦ ਹੁੰਦੇ ਨੇ। ਜਦੋਂ ਪੇਸ਼ੀ ਹੁੰਦੀ ਹੈ ਆਮ ਤੌਰ ਤੇ ਜਿਹੜੀ ਏਜੰਸੀ ਹੈ ਜਿਸ ਵੱਲੋਂ ਗ੍ਰਿਫਤਾਰੀ ਕੀਤੀ ਜਾਂਦੀ ਹੈ, ਚਾਹੇ ਪੰਜਾਬ ਪੁਲਿਸ ਹੋਵੇ ਜਾਂ ਹੋਰ ਕੋਈ ਏਜੰਸੀ ਹੋਵੇ, ਉਸ ਵੱਲੋਂ ਤਰਕ ਇਹੀ ਦਿੱਤਾ ਜਾਂਦਾ ਕਿ ਉਹਨਾਂ ਨੇ ਹੋਰ ਪੁੱਛਗਿੱਛ ਕਰਨੀ ਹੈ ਜਾਂ ਹੋਰ ਕੋਈ ਬਰਾਮਦਗੀ ਕਰਨੀ ਹੈ, ਇਸ ਕਰਕੇ ਰਿਮਾਂਡ ਮੰਗਿਆ ਜਾਂਦਾ ਹੈ। ਪਰ ਅੱਜ ਦੀ ਕਾਰਵਾਈ ਦੇ ਵਿੱਚ ਕੀ ਕੁਝ ਹੋਇਆ ਉਹ ਅਸੀਂ ਤੁਹਾਨੂੰ ਥੋੜੀ ਦੇਰ ਦੇ ਵਿੱਚ ਅਪਡੇਟ ਦੇਵਾਂਗੇ। ਬਿਆਨ ਵੱਖੋ ਵੱਖਰੇ ਆ ਰਹੇ ਨੇ ਪ੍ਰਤੀਕਰਮ। ਥੋੜੀ ਦੇਰ ਪਹਿਲਾਂ ਚਰਨਜੀਤ ਚੰਨੀ ਨੂੰ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ, ਸਾਨੂੰ ਇਸ ਤੇ ਕੋਈ ਇਤਰਾਜ਼ ਨਹੀਂ ਹੈ। ਨਵਜੋਤ ਸਿੰਘ ਸਿੱਧੂ ਦਾ ਵੀ ਇਸ ਬਾਬਤ ਬਿਆਨ ਆਇਆ। ਨਵਜੋਤ ਸਿੱਧੂ ਕੀ ਕਹਿ ਰਹੇ ਨੇ ਉਹ ਵੀ ਇੱਕ ਵਾਰੀ ਸੁਣ ਲੈਂਦੇ ਹਾਂ। 2018 ਤੋਂ 2022 ਉੱਤੇ ਪਏ ਸੀ ਇਲੈਕਸ਼ਨ ਦੇ ਦੌਰਾਨ ਕਿਉਂ
ਇਲੈਕਸ਼ਨ ਦੇ ਦੌਰਾਨ ਇਹ ਕਿਉਂ, ਇਹ ਸਭ ਤੋਂ ਵੱਡਾ ਸਵਾਲ ਹੈ। ਪਹਿਲੀ ਗੱਲ ਤੇ ਟਾਈਮਿੰਗ ਦੇ ਉੱਤੇ ਇੱਕ ਐਸਾ ਪ੍ਰਸ਼ਨ ਚਿੰਨ੍ਹ ਹੈ ਜਿਹਦਾ ਕੋਈ ਜਵਾਬ ਨਹੀਂ। ਦੂਜੀ ਗੱਲ, ਯੂ ਆਰ ਨਾਟ ਗਿਲਟੀ ਅੰਟਿਲ ਯੂ ਆਰ ਪ੍ਰੂਵਨ ਗਿਲਟੀ। ਇਹ ਜਿਹਾ ਕੋਈ ਪ੍ਰੂਫ ਸਮਝੋ ਇਹ ਗੱਲ ਕਰਨ ਕਿਸੇ ਨੇ ਉਹਨਾਂ ਦੇ ਕੋਲ ਪੈਸੇ ਜਿਹੜੇ ਨਿਕਲੇ ਯਾਰ, ਪੈਸੇ ਚੰਨੀ ਦੇ ਤਾਂ ਨਹੀਂ, ਕਿਸੇ ਦੇ ਘਰੇ ਹੋ ਸਕਦੇ, ਕੋਈ ਕੁਝ ਹੋ ਸਕਦਾ, ਜੋ ਵੀ ਹੈ ਤੁਸੀਂ ਲੈਟ ਦੀ ਲਾਅ ਟੇਕ ਇਟਸ ਕੋਰਸ। ਬਟ ਸਵਾਲ ਇਹ ਹੈ, ਇਹ ਜੇ 4 ਸਾਲ ਪਹਿਲਾਂ ਦਾ ਪਰਚਾ ਸੀ, ਕੈਪਟਨ ਨੇ ਪਵਾਇਆ ਸੀ, ਸੁੱਤਾ ਪਿਆ ਸੀ। ਇਹ ਆਪ ਸਭ ਤੋਂ ਵੱਡਾ ਮਾਫੀਆ ਹੈ, ਇਹ ਆਪ ਸਭ ਤੋਂ ਵੱਡਾ ਸਰਗਨਾ ਹੈ। ਔਰ ਇਹੀ ਸਵਾਲ ਹੈ ਪੰਜਾਬ ਦੇ ਸਾਹਮਣੇ। ਤਾਂ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਜਿਸ ਵੇਲੇ ਪਰਚਾ ਦਰਜ ਹੋਇਆ ਸੀ ਕਰੀਬ 4 ਸਾਲ ਪਹਿਲਾਂ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਏਰੀਅਲ ਸਰਵੇ ਕੀਤਾ ਸੀ, ਉੱਥੇ ਨਜਾਇਜ਼ ਮਾਈਨਿੰਗ ਪਾਈ ਗਈ ਸੀ, ਉਸ ਤੋਂ ਬਾਅਦ ਆਦੇਸ਼ ਦਿੱਤੇ ਔਰ ਪਰਚਾ ਦਰਜ ਹੋਇਆ। ਤਾਂ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਐਡਰੈਸ ਕਰਦੇ ਹੋਏ ਸਵਾਲ ਪੁੱਛ ਰਹੇ ਨੇ ਕਿ ਜੇ 4 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪਰਚਾ ਦਰਜ ਕੀਤਾ ਸੀ ਤਾਂ ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ। ਨਾਲ ਦੀ ਨਾਲ ਉਹਨਾਂ ਨੇ ਦੂਜੀ ਗੱਲ ਇਹ ਕਹੀ ਹੈ ਕਿ ਪੈਸੇ ਜਿਹੜੇ ਫੜੇ ਗਏ ਨੇ ਉਹਨਾਂ ਨਾਲ ਸੀਐਮ ਚੰਨੀ ਦਾ ਕੋਈ ਸਬੰਧ ਨਹੀਂ ਔਰ ਕਾਨੂੰਨ ਆਪਣਾ ਕੰਮ ਕਰੇਗਾ। ਇਹ ਗੱਲ ਨਵਜੋਤ ਸਿੰਘ ਸਿੱਧੂ ਵੱਲੋਂ ਕਹੀ ਗਈ ਹੈ। ਅੱਜ ਚਰਨਜੀਤ ਚੰਨੀ ਨੂੰ ਵੀ ਜਦੋਂ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਵੀ ਇਹ ਕਿਹਾ ਸੀ ਕਿ ਕਾਨੂੰਨ ਆਪਣਾ ਕੰਮ ਕਰੇਗਾ। ਇੱਕ ਵਾਰੀ ਤੁਹਾਨੂੰ ਸੁਣਾ ਦਿੰਦੇ ਹਾਂ ਚਰਨਜੀਤ ਚੰਨੀ ਹੋਰਾਂ ਦਾ ਇਹ ਬਿਆਨ ਵੀ। लेकिन मैं कह चुकी हाँ कि कानून अपना काम करे, सानू कोई इतराज नहीं। कानून अपना काम करे, सानू कोई इतराज नहीं है। लेकिन मैं कह चुकी हाँ कि कानून अपना काम करे, सानू कोई इतराज नहीं। ਤਾਂ ਚਰਨਜੀਤ ਚੰਨੀ ਵੀ ਕਹਿ ਰਹੇ ਨੇ ਕਿ ਕਾਨੂੰਨ ਆਪਣਾ ਕੰਮ ਕਰੇਗਾ। ਨਵਜੋਤ ਸਿੰਘ ਸਿੱਧੂ ਵੀ ਕਹਿ ਰਹੇ ਨੇ ਕਿ ਲਾਅ ਵਿਲ ਟੇਕ ਇਟਸ ਔਨ ਕੋਰਸ। ਸੋ ਇਸ ਵੇਲੇ ਭੁਪਿੰਦਰ ਹਨੀ ਕਾਨੂੰਨ ਦੇ ਸ਼ਿਕੰਜੇ 'ਚ ਫਸ ਗਏ ਨੇ ਔਰ ਉਸ ਦੀ ਆਂਚ ਜਿਹੜੀ ਹੈ ਉਹ ਸਿੱਧੀ ਕਾਂਗਰਸੀ ਸਫਾ ਤੱਕ ਪਹੁੰਚ ਗਈ ਹੈ, ਸੀਐਮ ਤੱਕ ਪਹੁੰਚ ਗਈ ਹੈ ਔਰ ਵਿਰੋਧੀ ਧਿਰਾਂ ਸਵਾਲ ਪੁੱਛ ਰਹੀਆਂ ਨੇ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਜਲਦ ਵਾਪਸ ਆਉਂਦੇ ਹਾਂ।